गुरु का कर्म की है, सतगुरु की बाणी सत स्वरूप है। सतगुਰਾਂ ਦੀ ਉਚਾਰਨ ਕੀਤੀ ਬਾਣੀ ਸੱਚ ਪਰਮਾਤਮਾ ਦਾ ਸਰੂਪ ਹੈ। ਬਾਣੀ ਦਾ ਅਰਥ ਬਚਨ ਵੀ ਹੈ। ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਇੱਕ ਇੱਕ ਬਚਨ ਸੱਚ ਸਰੂਪ ਹੈ, ਸੱਚ ਦੀ ਪ੍ਰਾਪਤੀ ਕਰ ਲੈਣ ਵਾਲਾ ਹੈ। ਗੁਰਬਾਣੀ ਬਣੀਏ, ਜੋ ਗੁਰਬਾਣੀ ਦੇ ਲੜ ਲੱਗ ਜਾਂਦੇ ਨੇ ਪਰਮਾਤਮਾ ਦਾ ਸਰੂਪ ਹੀ ਬਣ ਜਾਂਦੇ ਨੇ। ਤੇ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ। ਸਤਿਗੁਰੂ ਜੀ ਦੀ ਰੀਸ ਕਰਦਿਆਂ ਹੋਇਆਂ, ਸਤਿਗੁਰੂ ਜੀ ਦੀ ਨਕਲ ਕਰਦਿਆਂ ਹੋਇਆਂ, ਸੱਚੇ ਗੁਰੂ ਦੀ ਬਰਾਬਰੀ ਕਰਦਿਆਂ ਹੋਇਆਂ ਕਿ ਮੈਂ ਵੀ ਦੁਨੀਆ ਦਾ ਪੂਜਨੀਕ ਹਾਂ, ਮੈਨੂੰ ਵੀ ਲੋਕ ਮੱਥੇ ਟੇਕਣ, ਮੇਰੀ ਵੀ ਮਾਨਤਾ ਕਰਨ, ਮੇਰੇ ਮੂੰਹੋਂ ਨਿਕਲਿਆ ਹੋਇਆ ਬਚਨ ਵੀ ਉਸੇ ਤਰ੍ਹਾਂ ਸਤਿਕਾਰਿਆ ਜਾਵੇ ਜਿਵੇਂ ਕਿ ਗੁਰੂ ਕੇ ਮੂੰਹੋਂ ਨਿਕਲਿਆ ਸਤਿਕਾਰਿਆ ਜਾਂਦਾ ਹੈ। ਇਹ ਉਹ ਗੁਰੂ ਕੀ ਰੀਸ ਕਰਦਿਆਂ ਜਿਹੜੀਆਂ ਕੋਈ ਕੱਚੀਆਂ ਪਿੱਚੀਆਂ ਗੱਲਾਂ ਹੋਰ ਲੋਕ ਕਰਦੇ ਨੇ, ਸੇ ਕੂੜਿਆਰ ਕੂੜੇ ਚੜ ਪੜੇ ਹੈ। ਉਹ ਕੂੜਿਆਰ ਝੂਠੇ ਨੇ, ਝੂਠ ਵਿੱਚ ਹੀ ਝੜ ਪੈਂਦੇ ਨੇ, ਬਚ ਜਾਂਦੇ ਨੇ, ਖੁਆਰ ਹੋ ਜਾਂਦੇ ਨੇ, ਹੱਥ ਕੁਝ ਵੀ ਨਹੀਂ ਆਉਂਦਾ। ਇਹ ਉਹ ਗੁਰੂ ਕੀ ਰੀਸ ਕਦੇ ਵੀ ਤੋੜ ਨਿਭਦੀ ਨਹੀਂ, ਕਿਉਂਕਿ ਉਹਨਾਂ ਅੰਦਰ ਹੋਰ ਮੁਖ ਹੋਰ ਹੈ, ਮਨ ਵਿੱਚ ਉਹਨਾਂ ਦੇ ਕੁਝ ਹੋਰ ਹੈ ਤੇ ਮੂੰਹੋਂ ਕੁਝ ਹੋਰ ਬੋਲਦੇ ਨੇ। ਅੰਦਰਲਾ ਸੱਚ ਉਹਨਾਂ ਦੇ ਮੂੰਹ ਤੇ ਨਹੀਂ ਆਉਂਦਾ ਤੇ ਜੋ ਮੂੰਹ ਤੋਂ ਕਹਿਣ ਦਾ ਯਤਨ ਕਰਦੇ ਨੇ ਉਹ ਉਹਨਾਂ ਦੇ ਅੰਦਰ ਵਸਿਆ ਹੋਇਆ ਨਹੀਂ। ਅੰਦਰ ਹੋਰ ਮੁਖ ਹੋਰ ਹੈ। ਨਿਤ ਮਾਇਆ ਨੂੰ ਚਖ ਮਾਰਦੇ ਕੜੀਐ, ਨਿਤਾ ਪ੍ਰਤੀ ਸੰਸਾਰਕ ਮਾਇਆ ਵਾਸਤੇ ਚਖਾ ਮਾਰਦੇ ਹੀ ਕੱਢਦੇ ਹਨ, ਕੁੱਟਦੇ ਨੇ, ਦੁਖੀ ਹੁੰਦੇ ਨੇ। ਕੇਵਲ ਤੇ ਕੇਵਲ ਝਾਕ ਇੱਕ ਹੈ, ਮਾਇਆ ਮਿਲੇ। ਇੱਕ ਤਾਂ ਜੜ ਮਾਇਆ ਦਾ, ਦੂਸਰਾ ਚੇਤਨ ਮਾਇਆ ਦਾ ਪ੍ਰਭਾਵ। ਜੜ ਮਾਇਆ ਕੇ ਧਨ ਦੌਲਤ ਦੀ ਭੇਟਾ ਮੇਰੇ ਕੋਲ ਆਵੇ ਤੇ ਚੇਤਨ ਮਾਇਆ ਕੇ ਮੇਰੀ ਪੂਜਾ ਹੋਵੇ, ਮੇਰੀ ਵਡਿਆਈ ਹੋਵੇ। ਇਹ ਉਹ ਕੇਵਲ ਮਾਇਆ ਵਿੱਚ ਹੀ ਕੱਢਦੇ ਨੇ, ਮਾਇਆ ਵਿੱਚ ਹੀ ਪਚਦੇ ਨੇ, ਮਾਇਆ ਦੇ ਝਖਾ ਮਾਰਦੇ ਨੇ। ਅੰਦਰੋਂ ਹੋਰ ਬਾਹਰੋਂ ਹੋਰ, ਜੋ ਉਹ ਕਹਿਣਗੇ ਉਹਨਾਂ ਦੇ ਕਹਿਣ ਦਾ ਅਸਰ ਵੀ ਕੋਈ ਨਹੀਂ ਤੇ ਜੋ ਉਹ ਕਹਿਣ ਐਵੇਂ ਝੂਠ ਹੀ ਝੂਠ ਬੋਲਦੇ ਨੇ। ਪਾਠ ਪੜ੍ਹੈ ਮੁਖ ਝੂਠੋ ਬੋਲੈ, ਨਿਗੁਰੇ ਕੀ ਮਤ ਉਹ ਹੈ। ਐਸੀ ਉਹਨਾਂ ਨਿਗੁਰੇ ਲੋਕਾਂ ਦੀ ਮਤ ਹੈ। ਪਹਿਲਾਂ ਹੀ ਸਾਨੂੰ ਸਤਿਗੁਰੂ ਅਮਰਦਾਸ ਸਾਹਿਬ ਨੇ ਸੁਚੇਤ ਕਰ ਦਿੱਤਾ ਕਿ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ। ਜੋ ਸਤਿਗੁਰੂ ਤੋਂ ਬਿਨਾ ਹੈ, ਭਾਵ ਗੁਰੂ ਕੇ ਮੁਖਾਰ ਬਿਨ ਤੋਂ ਨਹੀਂ ਉਚਰੀ ਹੋਈ ਜਾਂ ਗੁਰੂ ਕੀ ਸਿਫਤ ਸਲਾਹ ਦੇ ਵਿੱਚ ਨਹੀਂ ਕਹੀ ਗਈ ਹੋਈ, ਐਸੀ ਜਿਹੜੀ ਕੋਈ ਹੋਰ ਬਾਣੀ ਹੈ ਗੁਰੂ ਤੋਂ ਬਿਨਾ ਉਹ ਕੱਚੀ ਹੈ। ਬਾਣੀ ਤਾਂ ਕੱਚੀ, ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਬਖਾਣੀ। ਉਸ ਕੱਚੀ ਬਾਣੀ ਨੂੰ ਕਹਿਣ ਵਾਲੇ ਵੀ ਕੱਚੇ, ਸੁਣਨ ਵਾਲੇ ਵੀ ਕੱਚੇ। ਕੱਚਿਆਂ ਨੇ ਆਖ ਕੇ ਉਸ ਦਾ ਵਿਖਿਆਨ ਕੀਤਾ ਹੋਇਆ। ਕੈਸੇ ਕੱਚੇ ਹਨ? ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪਏ ਰਵਾਣੀ। ਜਿਨ੍ਹਾਂ ਦਾ ਚਿੱਤ ਮਾਇਆ ਨੇ ਚੁਰਾ ਲਿਆ ਹੈ, ਜਿਨ੍ਹਾਂ ਦੀ ਕੇਵਲ ਧਨ ਦੌਲਤ ਨਾਲ ਪ੍ਰੀਤ ਹੈ, ਜਿਨ੍ਹਾਂ ਦੀ ਕੇਵਲ ਤੇ ਕੇਵਲ ਆਪਣੀ ਮਾਣ ਵਡਿਆਈ ਦੇ ਨਾਲ ਹੀ ਪ੍ਰੀਤ ਹੈ, ਇਹ ਉਹ ਮਾਇਆ ਨੇ ਜਿਨ੍ਹਾਂ ਦੇ ਚਿੱਤ ਨੂੰ ਚੁਰਾ ਲਿਆ। ਬੋਲਣ ਪਏ ਰਵਾਣੀ, ਉਜਾੜਾਂ ਵਿੱਚ ਹੀ ਮਾਨੋਂ ਪਏ ਬੋਲਦੇ ਨੇ, ਭੈੜੇ ਬਚਨ ਹੀ ਆਪਣੇ ਮੂੰਹੋਂ ਬੋਲਦੇ ਨੇ। ਕਹੈ ਨਾਨਕ ਸਤਿਗੁਰੂ ਬਾਝੋ ਹੋਰ ਕੱਚੀ ਬਾਣੀ। ਮਹਾਰਾਜ ਕਹਿੰਦੇ ਜੋ ਗੁਰੂ ਤੋਂ ਬਿਨਾਂ ਬਾਣੀ ਹੈ ਉਹ ਕੱਚੀ ਬਾਣੀ ਹੈ। ਗੁਰੂ ਤੋਂ ਬਿਨਾਂ ਭਾਵ ਕਿ ਗੁਰੂ ਕੀ ਰੀਸ ਵਿੱਚ ਉਚਾਰਨ ਕੀਤੀ ਬਾਣੀ, ਜਾਂ ਜਿਸ ਬਾਣੀ ਵਿੱਚ ਗੁਰੂ ਕੀ ਸਿਫਤ ਸਲਾਹ ਨਹੀਂ, ਉਹ ਬਾਣੀ, ਉਹ ਬਚਨ, ਉਹ ਬੋਲ ਜਿਨ੍ਹਾਂ ਬੋਲਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿਫਤ ਨਾ ਹੋਵੇ, ਜੋ ਬੋਲ ਸਾਨੂੰ ਪਰਮਾਤਮਾ ਨਾਲੋਂ ਤੋੜਨ ਵਾਲੇ ਹੋਣ, ਜੋ ਬੋਲ ਸਾਨੂੰ ਜੀਵਨ ਦੇ ਮਾਰਗ ਵਿੱਚ ਭਟਕਾ ਦੇਣ ਵਾਲੇ ਹੋਣ, ਉਹ ਕੱਚੀ ਬਾਣੀ ਹੈ, ਕੱਚੇ ਲੋਕਾਂ ਦੀ ਕਹੀ ਹੋਈ, ਜਿਹਦੇ ਤੋਂ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਚੇਤ ਰਹਿਣ ਦੀ ਪ੍ਰੇਰਣਾ ਦਿੰਦੇ ਨੇ। ਇਤਿਹਾਸ ਦੱਸਦਾ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜਦ ਗੁਰਤਾ ਗੱਦੀ ਤੇ ਸੁਭਾਏਮਨ ਹੋਏ ਤਾਂ ਮਨ ਵਿੱਚ ਖੋਟ ਰੱਖਣ ਵਾਲੇ ਉਮਰ ਵਿੱਚ ਵੱਡੇ ਭਰਾਤਾ ਪ੍ਰਿਥੀ ਚੰਦ ਨੇ ਸਤਿਗੁਰੂ ਜੀ ਦਾ ਬੜਾ ਭਾਰੀ ਵਿਰੋਧ ਕੀਤਾ ਤੇ ਆਪਣੀ ਸਾਰੀ ਉਮਰ ਉਹ ਤਕਰੀਬਨ ਇਸੇ ਯਤਨ ਵਿੱਚ ਹੀ ਰਿਹਾ ਕਿ ਕਿਵੇਂ ਨਾ ਕਿਵੇਂ ਮੈਂ ਸਤਿਗੁਰੂ ਅਰਜਨ ਦੇਵ ਜੀ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾਵਾਂ ਤੇ ਦੁਨੀਆ ਦੇ ਇਸ ਪੂਜਾ ਦੇ ਤਖਤ ਤੇ ਆਪ ਬੈਠ ਕੇ ਆਪਣੀ ਪੂਜਾ ਕਰਾਵਾਂ। ਐਸੀ ਥੋੜੀ ਮਤ ਕਿ ਗੁਰੂ ਕੀ ਇਸ ਮਹਾਨ ਗੱਦੀ ਨੂੰ, ਗੁਰੂ ਘਰ ਦੀ ਮਹਾਨ ਅਧਿਆਤਮਿਕ ਵਸਤੂ ਨੂੰ
ਕੇਵਲ ਦੁਨਿਆਵੀ ਰਾਜ ਭਾਗ ਦੀ ਤਰ੍ਹਾਂ ਹੀ ਸਮਝ ਛੱਡਿਆ ਕਿ ਜਿਵੇਂ ਕੋਈ ਤਾਕਤਵਰ ਆਪਣੇ ਤਾਕਤ ਦੀ ਵਰਤੋਂ ਕਰਕੇ ਕਿਸੇ ਰਾਜੇ ਨੂੰ ਰਾਜ ਗੱਦੀ ਤੋਂ ਲਾਹ ਕੇ ਰਾਜ ਤਖਤ ਦਾ ਮਾਲਕ ਆਪ ਬਣ ਜਾਂਦਾ ਹੈ, ਸ਼ਾਇਦ ਮੈਂ ਵੀ ਇਸੇ ਤਰ੍ਹਾਂ ਗੁਰਤਾ ਗੱਦੀ ਦਾ ਮਾਲਕ ਬਣ ਜਾਵਾਂ। ਪਰ ਕਿਵੇਂ ਪੁੱਜ ਸਕਦਾ ਸੀ ਪੂਰੇ ਗੁਰਾਂ ਦੇ ਨਾਲ, ਕਿਵੇਂ ਤੁਲ ਸਕਦਾ ਸੀ? ਉਹੀ ਬਚਨ ਕੇ ਕੂੜ ਨਾ ਪੁੱਜੈ ਸੱਚ ਨੂੰ ਸੌ ਘਾੜਤ ਘੜੀ ਹੈ। ਭਾਵੇਂ ਅਨੇਕਾਂ ਯਤਨ ਕਰਕੇ ਆਪਣੀ ਪੂਜਾ ਕਰਵਾਉਣ ਦੇ ਯਤਨ ਵੀ ਕੀਤੇ, ਬੇਅੰਤ ਲੋਕਾਂ ਨੂੰ ਭਟਕਾਇਆ ਵੀ, ਭਰਮਾਇਆ ਵੀ, ਪਰ ਸੱਚ ਦੇ ਅੱਗੇ ਝੂਠ ਦੀ ਪੇਸ਼ ਆਖਰ ਕੋਈ ਨਹੀਂ ਸੀ ਚੱਲਦੀ। ਆਪਣੇ ਇਹਨਾਂ ਯਤਨਾਂ ਵਿੱਚ ਹੀ ਪ੍ਰਿਥੀ ਚੰਦ ਜਗਤ ਨੂੰ ਕੂਚ ਕਰ ਗਿਆ ਸੀ ਤੇ ਇਸ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਗੁਰਬਾਣੀ ਦੀ ਰੀਸ ਕਰਦਿਆਂ ਹੋਇਆਂ ਆਪਣੀ ਕਾਵਿ ਰਚਨਾ ਉਚਾਰਨੀ ਆਰੰਭ ਕੀਤੀ ਸੀ, ਜਿਸ ਕਾਵਿ ਰਚਨਾ ਦੇ ਅੰਤ ਵਿੱਚ ਗੁਰਬਾਣੀ ਦੀ ਰੀਸ ਮੁਤਾਬਕ ਹੀ ਇਸ ਨੇ ਨਾਨਕ ਪਦ ਰੱਖਣਾ ਆਰੰਭ ਕੀਤਾ। ਸੰਗਤਾਂ ਭਲੀ ਭਾਂਤ ਜਾਣਦੀਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਪਾਵਨ ਨਾਮ ਨਾਨਕ ਦੀ ਵਰਤੋਂ ਕਾਵਿ ਛਾਪ ਵਜੋਂ ਗੁਰਬਾਣੀ ਦੇ ਸ਼ਬਦਾਂ ਵਿੱਚ ਕੀਤੀ ਤੇ ਸਤਿਗੁਰੂ ਮਹਾਰਾਜ ਜੀ ਤੋਂ ਅੱਗੇ ਅਗਲੇ ਸਰੂਪਾਂ ਨੇ ਵੀ ਇੱਕੋ ਰੂਪ ਜੋਤ ਉਹਾ ਜੁਗਤ ਸਾਏ ਹੁੰਦਿਆਂ ਹੋਇਆਂ ਕਾਵਿ ਛਾਪ ਵਜੋਂ ਨਾਨਕ ਪਦ ਦੀ ਹੀ ਵਰਤੋਂ ਕੀਤੀ ਹੈ ਗੁਰਬਾਣੀ ਸ਼ਬਦਾਂ ਵਿੱਚ। ਪਰ ਮਿਹਰਬਾਨ ਨੇ ਵੀ ਇਉਂ ਗੁਰੂ ਕੀ ਬਾਣੀ ਦੀ ਰੀਸ ਤੇ ਆਪਣੀ ਬਾਣੀ ਉਚਾਰਨੀ ਆਰੰਭੀ ਸੀ, ਜਿਸ ਵਿੱਚ ਨਾਨਕ ਪਦ ਦੀ ਅਣਅਧਿਕਾਰਤ ਤੌਰ ਤੇ ਵਰਤੋਂ ਕੀਤੀ ਗਈ, ਜਿਸ ਦੀ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਵਿਰੋਧਤਾ ਕੀਤੀ ਤੇ ਸਿੱਖਾਂ ਨੂੰ ਇਸ ਕੱਚੀ ਬਾਣੀ ਦੇ ਲੜ ਲੱਗਣ ਤੋਂ ਸੁਚੇਤ ਕੀਤਾ। ਭਰਮ ਨਾ ਜਾਣਾ, ਭਟਕ ਨਾ ਜਾਣਾ। ਇਸੇ ਲਈ ਹੀ ਇਹ ਉਚੇਚਾ ਉਦਮ ਉਪਰਾਲਾ ਸਤਿਗੁਰਾਂ ਨੇ ਕੀਤਾ ਸੀ ਕਿ ਗੁਰੂ ਕੀ ਜੋ ਅੰਮ੍ਰਿਤ ਰੂਪ ਸੱਚੀ ਬਾਣੀ ਹੈ ਉਸ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ ਜਾਵੇ ਤੇ ਇਹ ਪੰਜਾਂ ਸਰੂਪਾਂ ਦੀ ਬਾਣੀ ਇਕੱਤਰ ਕਰਦਿਆਂ ਹੋਇਆਂ ਨਾਲ ਹੀ ਪਰਮਾਤਮਾ ਦਾ ਰੂਪ ਹੋ ਚੁੱਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਭਗਤਾਂ ਦੀ ਪਾਵਨ ਬਾਣੀ ਨੂੰ ਵੀ, ਜਿਹੜੀ ਬਾਣੀ ਗੁਰ ਆਸ਼ੇ ਮੁਤਾਬਕ ਢੁਕਵੀਂ ਹੈ, ਉਸ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਥਾਨ ਦੇ ਕੇ ਸਤਿਕਾਰ ਬਖਸ਼ਿਸ਼ ਕੀਤਾ ਤੇ ਗੁਰਬਾਣੀ ਦੇ ਬਰਾਬਰ ਦਾ ਦਰਜਾ ਦਿੱਤਾ। ਔਰ ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪੂਰਨ ਤੌਰ ਤੇ ਖਿਆਲ ਰੱਖਿਆ ਕਿ ਭਗਤਾਂ ਦੀ ਵੀ ਉਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਿੰਗਾਰ ਬਣੇ, ਜਿਹੜੀ ਗੁਰ ਆਸ਼ੇ ਮੁਤਾਬਕ ਹੋਵੇ, ਜਿਹੜੀ ਸੱਚ ਸਰੂਪ ਗੁਰਬਾਣੀ ਹੋਵੇ, ਜਿਹੜੀ ਧੁਰੋਂ ਆਈ ਅਗੰਮੀ ਰਚਨਾ ਹੋਵੇ, ਜੋ ਦੁਨਿਆਵੀ ਮਨੁੱਖ ਦੇ ਦਿਮਾਗ ਤੋਂ ਉਪਜੀ ਹੋਈ ਕਵਿਤਾ ਨਹੀਂ, ਕਿਉਂਕਿ ਧੁਰੋਂ ਪਰਮਾਤਮਾ ਦੀ ਅਗੰਮੀ ਆਈ ਜਿਹੜੀ ਬਾਣੀ ਹੈ ਉਹੀ ਸੰਸਾਰ ਦਾ ਕਲਿਆਣ ਕਰਨ ਦੇ ਸਮਰੱਥ ਹੋ ਸਕਦੀ ਹੈ। ਇਸ ਗੱਲ ਦਾ ਪੂਰਨ ਤੌਰ ਤੇ ਖਿਆਲ ਕਰਦਿਆਂ ਹੋਇਆਂ ਮਹਾਰਾਜ ਜੀ ਨੇ ਬਾਣੀਕਾਰਾਂ ਦੀ ਚੋਣ ਕੀਤੀ। ਚਾਹੇ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਭਗਤ ਕਹਾਉਣ ਵਾਲੇ ਕਾਂਗੇ ਵਰਗੇ, ਛੱਜੂ ਵਰਗੇ, ਪੀਲੂ ਵਰਗੇ, ਸ਼ਾਹ ਹੁਸੈਨ ਵਰਗੇ ਵੀ ਆਏ ਕਿ ਸਾਡੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰੋ। ਸਤਿਗੁਰੂ ਮਹਾਰਾਜ ਨੇ ਉਹਨਾਂ ਦਾ ਉਚਾਰਨ ਕੀਤਾ, ਇੱਕ ਇੱਕ ਸ਼ਬਦ ਸੁਣਿਆ ਵੀ, ਪਰ ਉਹਨੂੰ ਕੱਚ ਘੜ ਰਚਨਾ ਜਾਣਦਿਆਂ ਹੋਇਆਂ ਉਹਦੀਆਂ ਖਾਮੀਆਂ ਤੇ ਕਚਿਆਈਆਂ ਵੀ ਕੱਢ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀਆਂ ਸਨ ਕਿ ਇਹ ਸੱਚੀ ਬਾਣੀ ਦੇ ਨਾਲ ਚੜ੍ਹਨ ਵਾਲੀਆਂ ਰਚਨਾਵਾਂ ਤੁਹਾਡੀਆਂ ਕਦੇ ਵੀ ਨਹੀਂ ਹੋ ਸਕਦੀਆਂ। ਇਹ ਕੱਚੀ ਬਾਣੀ ਨੂੰ ਸਤਿਗੁਰੂ ਜੀ ਨੇ ਸੱਚੀ ਬਾਣੀ ਦੇ ਅਥਾਹ ਭੰਡਾਰ ਦੇ ਨੇੜੇ ਤੇੜੇ ਵੀ ਨਹੀਂ ਆਉਣ ਦਿੱਤਾ। ਇਹ ਸਾਡੇ ਤੇ ਮਹਾਨ ਕਿਰਪਾਲਤਾ ਕੀਤੀ ਔਰ ਸਾਨੂੰ ਵੀ ਇਹੀ ਗੁਰੂ ਕੀ ਸਿੱਖਿਆ ਹੈ ਕਿ ਆਪਾਂ ਅੰਮ੍ਰਿਤ ਰੂਪ ਗੁਰੂ ਕੀ ਬਾਣੀ ਦੇ ਨਾਲ ਜੁੜੀਏ। ਜੋ ਉਪਦੇਸ਼ ਸਤਿਗੁਰੂ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ, ਉਸ ਪਾਵਨ ਉਪਦੇਸ਼ ਦੇ ਧਾਰਨੀ ਬਣੀਏ। ਕਿਸੇ ਹੋਰ ਦੇ ਆਖੇ ਲੱਗ ਕੇ ਹੋਰ ਦੀਆਂ ਰਚਨਾਵਾਂ ਨੂੰ ਪੜ੍ਹ ਕੇ ਕਦੇ ਵੀ ਗੁਰੂ ਤੋਂ ਬੇਮੁਖ ਨਾ ਹੋਈਏ। ਕੇਵਲ ਤੇ ਕੇਵਲ ਇਉਂ ਸ਼ਬਦ ਰੂਪ ਹੀ ਬਾਣੀ ਨਹੀਂ, ਬਲਕਿ ਉਪਦੇਸ਼ ਰੂਪ ਵਿੱਚ ਵਾਰਤਕ ਰਚਨਾ ਵਿੱਚ ਵੀ ਜੋ ਮਹਾਰਾਜ ਨੇ ਸਾਨੂੰ ਪਾਵਨ ਬਚਨ ਇਤਿਹਾਸ ਦੇ ਵਿੱਚੋਂ ਕਹੇ, ਜੋ ਰਹਿਤ ਨਾਮਿਆਂ ਵਿੱਚ ਕਹੇ, ਜੋ ਹੋਰ ਸਰੋਤਾਂ ਰਾਹੀਂ ਸਾਨੂੰ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤੇ, ਉਹਨਾਂ ਨੂੰ ਧਾਰਨ ਕਰਨਾ ਸਾਡੇ ਜੀਵਨ ਦਾ ਪਰਮ ਫਰਜ਼ ਬਣ ਆਉਂਦਾ ਹੈ। ਖਾਸ ਤੌਰ ਤੇ ਗੁਰ ਮੰਤਰ ਗੁਰ ਦੀਖਿਆ ਦੇ ਰੂਪ ਵਿੱਚ ਗੁਰੂ ਕਾ ਬਚਨ, ਸਤਿਗੁਰ ਕੀ ਰੀਸੈ ਹੋਰ ਕੱਚ ਵਿੱਚ ਬੋਲਦੇ। ਸਤਿਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਸੰਸਾਰ ਦੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਮ ਦੀ ਦਾਤ ਬਖਸ਼ੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਮਰਜ਼ਾਦਾ ਦਾ ਵਰਣਨ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ। ਚਰਨ ਧੋਏ ਰਹਿ ਰਾਸ ਕਰ, ਚਰਨਾਮ੍ਰਿਤ ਸਿੱਖਾਂ ਪੀ ਲਾਇਆ,
ਤੇ ਫਿਰ ਬਚਨ ਕਹੇ ਕਿ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਵੇਦਾਂ ਕਤੇਬਾਂ ਦੀ ਪਹੁੰਚ ਤੋਂ ਪਰੇ ਪਰਮਾਤਮਾ ਦਾ ਨਾਮ ਜੋ ਵਾਹਿਗੁਰੂ ਹੈ, ਉਹ ਸਤਿਗੁਰਾਂ ਨੇ ਆਪਣੇ ਗੁਰਸਿੱਖਾਂ ਨੂੰ ਗੁਰਮੰਤਰ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ। ਗੁਰਮੰਤਰ ਵਾਹਿਗੁਰੂ ਮਹਾਰਾਜ ਨੇ ਬਖਸ਼ਿਆ, ਜਿਸ ਨੂੰ ਜਪ ਕੇ ਹੰਤਾ ਮਮਤਾ ਇਤਿਆਦਿਕ ਵਿਕਾਰ ਨਾਸ ਹੁੰਦੇ ਨੇ। ਸ੍ਰੀ ਗੁਰੂ ਅੰਗਦ ਦੇਵ ਜੀ ਗੁਰਤਾ ਤੇ ਸੁਭਾਇਮਾਨ ਹੋਏ। ਗੁਰਬਾਣੀ ਵਿੱਚ ਰਾਏ ਸੱਤਾ ਬਲਵੰਡ ਜੀ ਦੀ ਰਸਨਾ ਰਾਹੀਂ ਪਾਵਨ ਬਚਨ ਨੇ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟਿਐ। ਸਰੀਰ ਬਦਲ ਲਿਆ ਹੈ ਮਾਲਕ ਸਤਿਗੁਰਾਂ ਨੇ। ਗੁਰਤਾ ਦੀ ਜੋਤ ਵੀ ਉਹੀ ਪ੍ਰਕਾਸ਼ਮਾਨ ਹੈ ਕਿ ਨਾਮ ਦਾਨ ਦੇਣ ਦੀ ਜੁਗਤੀ ਵੀ ਉਹੀ ਹੈ ਕਿ ਚਰਨ ਪਾਹੁਲ ਦੀ ਦਾਤ ਬਖਸ਼ਿਸ਼ ਕਰਕੇ ਆਪਣੀ ਮੁਬਾਰਕ ਰਸਨਾ ਤੋਂ ਨਾਮ ਦੀ ਦਾਤ ਬਖਸ਼ਣੀ, ਗੁਰਮੰਤਰ ਦੀ ਦਾਤ ਬਖਸ਼ਿਸ਼ ਕਰਨੀ। ਔਰ ਇਹ ਕਰਮ 10 ਪਾਤਸ਼ਾਹੀਆਂ ਤੱਕ ਹੀ ਚੱਲਦਾ ਗਿਆ। ਸਰੀਰ ਬਦਲਦੇ ਗਏ, ਇੱਕੋ ਜੋਤ ਇੱਕੋ ਜੁਗਤ 10 ਪਾਤਸ਼ਾਹੀਆਂ ਵਿੱਚ ਵਰਤੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਗੋਂ ਜੋਤ ਔਰ ਜੁਗਤ ਦੀ ਵੰਡ ਕੀਤੀ। ਜੋਤ ਗੁਰਬਾਣੀ ਦੇ ਮਹਾਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਟਿਕਾਈ। ਜੁਗਤ ਦਾ ਵਾਰਸ ਆਪ ਜੀ ਨੇ ਪੰਥ ਨੂੰ ਬਣਾਇਆ ਤੇ ਪੰਥ ਨੂੰ ਇਸ ਜੁਗਤ ਦਾ ਵਾਰਸ ਬਣਾਉਣ ਵਾਸਤੇ ਚਰਨ ਪਾਹੁਲ ਦੀ ਮਰਜ਼ਾਦਾ ਦੀ ਜਗ੍ਹਾ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਕੇ ਮਹਾਰਾਜ ਨੇ ਜੁਗਤੀ ਖਾਲਸਾ ਪੰਥ ਵਿੱਚ ਵਰਤਾ ਦਿੱਤੀ ਕਿ ਨਾਮ ਦਾਨ ਜੋ ਪ੍ਰਾਪਤ ਕਰਦਾ ਹੈ ਸਾਧ ਸੰਗਤ ਜੀ, ਉਹ ਹੁਣ 5 ਪਿਆਰਿਆਂ ਪਾਸੋਂ ਪ੍ਰਾਪਤ ਕਰਦਾ ਹੈ। 5 ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਛਕਾਉਣਗੇ। 5 ਪਿਆਰੇ ਮੂਲ ਮੰਤਰ ਗੁਰਮੰਤਰ ਦੀ ਦ੍ਰਿੜਤਾ ਕਰਾਉਣ ਦੇ ਰੂਪ ਵਿੱਚ ਨਾਮ ਦੀ ਦਾਤ ਬਖਸ਼ਿਸ਼ ਕਰਨਗੇ। ਇਉਂ ਨਾਮ 5 ਪਾਸੋਂ ਪ੍ਰਾਪਤ ਕਰਨਾ ਹੈ, ਕਿਸੇ ਇਕੱਲੇ ਦੁਕੱਲੇ ਕੋਲੋਂ ਨਹੀਂ। ਇਹ ਮਰਜ਼ਾਦਾ ਹੈ। ਇਉਂ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਇਹ ਗੁਰੂ ਕੀ ਵਡਿਆਈ, ਇਹ ਗੁਰੂ ਦਾ ਅਧਿਕਾਰ ਹੈ। ਤੇ ਸਤਿਗੁਰੂ ਕੀ ਰੀਸ ਹੈ, ਹੋਰ ਕੱਚ ਪਿੱਛ ਬੋਲਦੇ। ਸਤਿਗੁਰਾਂ ਦੀ ਰੀਸ ਕਰਦਿਆਂ ਹੋਇਆਂ, ਗੁਰੂ ਕੀ ਬਰਾਬਰੀ ਕਰਨ ਦਾ ਅਸਫਲ ਯਤਨ ਕਰਦਿਆਂ ਹੋਇਆਂ, ਹੋਰ ਕੋਈ ਕੱਚੀਆਂ ਪੱਚੀਆਂ ਗੱਲਾਂ ਕਰੇ, ਮੈਂ ਗੁਰੂ ਹਾਂ, ਮੇਰੇ ਕੋਲ ਆਓ, ਮੈਂ ਤੁਹਾਡੇ ਕੰਨਾਂ ਵਿੱਚ ਨਾਮ ਮੰਤਰ ਦੇਵਾਂਗਾ, ਤੁਹਾਡੇ ਕੰਨ ਵਿੱਚ ਦੱਸਦਾ ਕਿਸੇ ਹੋਰ ਨੂੰ ਨਾ ਦੱਸਿਓ, ਕੇਵਲ ਮੇਰੇ ਕੋਲੋਂ ਹੀ ਸੁਣੋ। ਉਹਨਾਂ ਲੋਕਾਂ ਦੀ ਹਾਲਤ ਕਿ ਮੇਰੋ ਹੀ ਧਿਆਨ ਧਰੋ ਨਿਸਬਾਸਰ ਭੂਲ ਕੇ ਔਰ ਕੋ ਨਾਮ ਨਾ ਦੀਜੈ, ਜੋ ਕੁਛ ਮਾਦਤ ਵਾਲੇ ਸੋ ਆਪ ਹੀ ਉੱਠ ਭੇਟ ਹਮਾਰੀ ਹੀ ਕੀਜੈ। ਮੇਰਾ ਹੀ ਧਿਆਨ ਧਰੋ, ਮੇਰੇ ਕੋਲੋਂ ਹੀ ਨਾਮ ਲਵੋ, ਭੁੱਲ ਕੇ ਵੀ ਹੋਰ ਕਿਸੇ ਦਾ ਨਾਮ ਨਾ ਲਿਓ, ਤੇ ਬਦਲੇ ਵਿੱਚ ਜੋ ਕੁਝ ਤੁਹਾਡੇ ਕੋਲ ਹੈਗਾ ਉੱਠ ਕੇ ਮੇਰੀ ਭੇਟਾ ਕਰ ਦਿਓ। ਇਹੋ ਜਿਹੇ ਜਿਹੜੇ ਕੱਚੇ ਗੁਰੂ ਨੇ ਸੇ ਕੂੜਿਆਰ ਕੂੜੇ ਚੜ ਪੜੀ ਹੈ। ਕੂੜਿਆਰ ਝੂਠੇ ਨੇ, ਝੂਠ ਵਿੱਚ ਹੀ ਝੜ ਪੈਣ ਵਾਲੇ ਨੇ, ਕਾਚੇ ਗੁਰ ਤੇ ਮੁਕਤ ਨਾ ਹੋਊਗਾ। ਇਹਨਾਂ ਕੱਚੇ ਗੁਰੂਆਂ ਤੋਂ ਕਦੇ ਮੁਕਤੀ ਨਹੀਂ, ਕਦੇ ਪਾਰ ਉਤਾਰਾ ਨਹੀਂ। ਕਦੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਯਤਨ ਕੀਤਾ ਗੁਰੂ ਕੀ ਬਾਣੀ ਦੇ ਮੁਕਾਬਲੇ ਆਪਣੀ ਬਾਣੀ ਰਚਨ ਦਾ। ਕਿਧਰੇ ਧੀਰ ਮੱਲ ਵਰਗੇ ਯਤਨ ਕਰਦੇ ਰਹੇ, ਕਿਧਰੇ ਰਾਮ ਰਾਏ ਵਰਗੇ ਯਤਨ ਕਰਦੇ ਰਹੇ, ਕਦਰੇ ਦਸਮ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹਠੀ ਸਿੰਘ ਵਰਗਿਆਂ ਨੇ ਵੀ ਇਹ ਉਦਮ ਕੀਤਾ। ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਨੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਜਾਣ ਉਪਰੰਤ ਇੱਕ ਬਾਲਕ ਨੂੰ ਲੈ ਕੇ ਪਾਲਿਆ ਸੀ, ਜਿਸ ਦਾ ਨਾਮ ਅਜੀਤ ਸਿੰਘ ਹੀ ਸੀ। ਅਜੀਤ ਸਿੰਘ ਪਾਲਕ ਪੁੱਤਰ ਉਸ ਨੂੰ ਕਿਹਾ ਜਾਂਦਾ ਹੈ। ਤੇ ਉਸ ਅਜੀਤ ਸਿੰਘ ਦਾ ਪੁੱਤਰ ਅੱਗੇ ਹਠੀ ਸਿੰਘ ਹੋਇਆ। ਮਾਤਾ ਜੀ ਬੁਰਹਾਨਪੁਰ ਦੇ ਵਿੱਚ ਰਹੇ ਸਨ। ਸੋ ਉੱਥੇ ਬੁਰਹਾਨਪੁਰ ਦੇ ਵਿੱਚ ਹਠੀ ਸਿੰਘ ਨੇ ਇਉਂ ਆਪਣੀ ਕਾਵਿ ਰਚਨਾ ਕਰਦਿਆਂ ਹੋਇਆਂ ਗੁਰਬਾਣੀ ਕੀ ਬਰਾਬਰੀ ਕਰਨ ਦਾ ਯਤਨ ਕੀਤਾ ਸੀ, ਪਰ ਮਾਤਾ ਜੀ ਨੇ ਫਿਰ ਉਸ ਨੂੰ ਗੁਰੂ ਘਰ ਵਿੱਚੋਂ ਤਿਆਗ ਦਿੱਤਾ ਤੇ ਸਿੱਖ ਸੰਗਤਾਂ ਨੂੰ ਵੀ ਸੁਚੇਤ ਕੀਤਾ ਸੀ ਕਿ ਹਠੀ ਸਿੰਘ ਦੀ ਕਿਸੇ ਵੀ ਰਚਨਾ ਨੂੰ ਨਾ ਕੋਈ ਪੜ੍ਹੇ ਤੇ ਨਾ ਕੋਈ ਮਾਨਤਾ ਦੇਵੇ। ਇਉਂ ਸਮੇਂ ਮੁਤਾਬਕ ਐਸੇ ਕੁਝੇ ਯਤਨ ਹੁੰਦੇ ਆਏ ਰਹੇ ਨੇ। ਹੋਰ ਵੀ ਕਈਆਂ ਮੌਕਿਆਂ ਤੇ ਐਸੇ ਯਤਨ ਹੁੰਦੇ ਰਹੇ। 20ਵੀਂ ਸਦੀ ਵਿੱਚ ਵੀ ਆਪਾਂ ਐਸੇ ਯਤਨ ਤੱਕੇ। ਕਿਧਰੇ ਜੇਠੂਵਾਲ ਦੇ ਇੱਕ ਪਖੰਡੀ ਨੇ ਬੜਾ ਵੱਡਾ ਗ੍ਰੰਥ ਤਿਆਰ ਕਰਨ ਦਾ ਦਾਅਵਾ ਕੀਤਾ ਸੀ, ਮੈਂ ਬਹੁਤ ਵੱਡਾ ਗ੍ਰੰਥ ਤਿਆਰ ਕਰਾਂਗਾ, ਮੇਰੀ ਬਾਣੀ ਰਹੇਗੀ, ਬਾਕੀ ਸਾਰੀਆਂ ਬਾਣੀਆਂ ਅਲੋਪ ਹੋ ਜਾਣਗੀਆਂ। ਗੁਰੂ ਕੀ ਬਾਣੀ ਤਾਂ ਨਾ ਅਲੋਪ ਹੋਣੀ ਹੈ ਨਾ ਹੋਈ, ਉਹਦਾ ਗ੍ਰੰਥ ਲੱਭਦਾ ਹੀ ਕਿਤੇ ਨੇ, ਕਿੱਥੇ ਹੈ ਕਿ ਕਿੱਥੇ ਨਹੀਂ। ਇਸੇ ਤਰ੍ਹਾਂ ਰਾਧਾ ਸਵਾਮੀਆਂ ਦੀਆਂ ਆਪਾਂ ਪੁਸਤਕਾਂ ਵੇਖਦੇ ਹਾਂ, ਨਰਕ ਧਾਰਿਆਂ ਦੀਆਂ ਕੱਚ ਕਰੜਾਵਾਂ ਰਤਨਾ ਰਚਨਾਵਾਂ ਹਨ। ਇਸੇ ਤਰ੍ਹਾਂ ਆ ਪਿਆਰੇ ਭਨਿਆਰੇ ਵਾਲੇ ਨੇ ਵੀ ਗੁਰੂ ਕੀ ਬਰਾਬਰੀ